Hello everyone, welcome back to Suksha Ma'am Ki classes. I hope you all are doing great. Today we are going to do summary of your chapter number 2, The Portrait of a Lady by Khushwant Singh. Chapter number 1, Gender Bias, the summary ਤੇ question answers ਮੈਂ ਚੰਗੀ ਤਰ੍ਹਾਂ ਪੰਜਾਬੀ ਵਿੱਚ explain ਕਰਕੇ upload ਕਰ ਚੁੱਕੀ ਹਾਂ। ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ ਉਹਨੂੰ ਵੀ ਇੱਕ ਵਾਰ ਜ਼ਰੂਰ ਵੇਖਿਓ ਸੋ ਦੈਟ ਤੁਸੀਂ ਚੰਗੀ ਤਰ੍ਹਾਂ ਚੈਪਟਰ ਨੂੰ ਸਮਝ ਸਕੋ। ਪਹਿਲੇ ਅਸੀਂ ਜਾਣਦੇ ਹਾਂ ਕਿ ਸਟੋਰੀ ਹੈ ਕਿਹਦੇ ਬਾਰੇ। ਇੰਟਰੋਡਕਸ਼ਨ The Portrait of a Lady by Khushwant Singh. The story The Portrait of a Lady depicts the bond of the familial relationship between a grandmother and her grandson. ਹੁਣ ਸਾਡੀ ਜੋ ਸਟੋਰੀ ਹੈ ਦੀ ਪੋਰਟਰੇਟ ਆਫ ਅ ਲੇਡੀ ਇਹਦੇ ਵਿੱਚ ਕੀ ਵਿਖਾਇਆ ਗਿਆ ਹੈ ਬੱਚਿਓ ਇਹਦੇ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਦਾਦੀ ਤੇ ਉਹਦੇ ਪੋਤੇ ਦਾ ਪਰਿਵਾਰਿਕ ਰਿਸ਼ਤਾ ਉਹਨਾਂ ਦਾ ਕਿੰਨਾ ਪਿਆਰ ਸੀ ਆਪਸ ਵਿੱਚ ਉਹ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਜਾਂ ਪਿਆਰ ਸ਼ੇਅਰ ਕਰਦੇ ਸੀ ਇੱਕ ਦੂਜੇ ਦੇ ਲਈ ਉਹ ਅਸੀਂ ਸਟੋਰੀ ਦੇ ਵਿੱਚ ਰੀਡ ਕਰਾਂਗੇ ਠੀਕ ਹੈ ਸੋ ਲੈਟਸ ਸਟਾਰਟ ਲਾਈਫ ਇਨ ਦੀ ਵਿਲੇਜ ਇਸ ਹੈਡਿੰਗ ਥੱਲੇ ਅਸੀਂ ਪੜਾਂਗੇ ਸਮਝਾਂਗੇ ਕਿ ਉਹ ਦੋਨੋਂ ਜੀ ਦਾਦੀ ਤੇ ਪੋਤਾ ਪਿੰਡ ਵਿੱਚ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਸਨ ਓਕੇ ਹੁਣ ਪੋਤਾ ਕੌਣ ਹੈ ਸਾਡਾ ਰਾਈਟਰ ਜਿਹਦਾ ਨਾਮ ਹੈ ਖੁਸ਼ਵੰਤ ਸਿੰਘ The author's parents have moved to the city and for the time being he is under the guardianship of his widowed grandmother ਸਾਡਾ ਜੋ author ਹੈ ਉਹ ਛੋਟਾ ਜਿਹਾ ਹੈ ਤੇ ਉਹਦੇ ਪੇਰੈਂਟਸ ਸ਼ਹਿਰ ਸ਼ਿਫਟ ਹੋ ਗਏ ਨੇ ਠੀਕ ਹੈ ਪਿੰਡੋਂ ਸ਼ਹਿਰ ਚਲੇ ਗਏ ਨੇ ਤੇ ਉਸ ਟਾਈਮ ਦੇ ਲਈ ਕੁਝ ਸਮੇਂ ਦੇ ਲਈ ਉਹ ਆਪਣੇ ਬੇਟੇ ਨੂੰ ਆਪਣੀ ਮਾਂ ਮਤਲਬ ਪੋਤੇ ਨੂੰ ਉਹਦੀ ਦਾਦੀ ਦੇ ਕੋਲ ਛੱਡ ਗਏ ਨੇ ਪਿੰਡ ਦੇ ਵਿੱਚ ਜੋ ਵਿਧਵਾ ਹੈ ਮਤਲਬ ਕਿ ਖੁਸ਼ਵੰਤ ਸਿੰਘ ਦੇ ਦਾਦਾ ਜੀ ਨਹੀਂ ਹੈ ਤੇ ਖੁਸ਼ਵੰਤ ਸਿੰਘ ਆਪਣੀ ਦਾਦੀ ਨਾਲ ਪਿੰਡ ਵਿੱਚ ਰਹੇਗਾ ਜਦ ਤੱਕ ਉਹਦੇ ਮਾਪਿਓ ਉਹਨੂੰ ਸ਼ਹਿਰ ਨਹੀਂ ਬੁਲਾ ਲੈਂਦੇ She is a pious and beautiful woman even though she has grown old and has a face full of wrinkles. ਹੁਣ ਇੱਥੇ ਦਾਦੀ ਨੂੰ ਡਿਸਕ੍ਰਾਈਬ ਕੀਤਾ ਗਿਆ ਹੈ ਕਿ ਉਹ ਜੋ ਲੇਡੀ ਸੀ ਉਹ ਜੋ ਜਨਾਨੀ ਸੀ ਉਹ ਬਹੁਤ ਹੀ ਪਵਿੱਤਰ ਸੀ ਤੇ ਬਹੁਤ ਹੀ ਸੋਹਣੀ ਸੀ ਭਾਵੇਂ ਕਿ ਉਹ ਬੁੱਢੀ ਹੋ ਚੁੱਕੀ ਹੈ ਤੇ ਉਹਦਾ ਜੋ ਫੇਸ ਹੈ ਚਿਹਰਾ ਹੈ ਪੂਰਾ ਝੁਰੀਆਂ ਨਾਲ ਭਰ ਚੁੱਕਿਆ ਹੈ ਠੀਕ ਹੈ ਹੁਣ ਦਾਦੀ ਨੂੰ ਅੱਗੇ ਡਿਸਕ੍ਰਾਈਬ ਕੀਤਾ ਜਾ ਰਿਹਾ ਹੈ ਕਿ she moves slowly with slumped shoulders, bent back, and has a rosary in one hand and the other is kept on her waist to balance her stoop. ਹੁਣ ਜੋ ਸਾਡੀ ਦਾਦੀ ਅੰਮਾ ਹੈ ਉਹ ਬਹੁਤ ਸਲੋਲੀ ਚੱਲਦੇ ਨੇ ਤੇ ਉਹਨਾਂ ਦੇ ਸ਼ੋਲਡਰਸ ਕੀ ਨੇ ਬੈਂਡ ਹੋ ਰੱਖੇ ਨੇ ਝੁਕੇ ਹੋਏ ਨੇ ਬੈਕ ਵੀ ਝੁਕੀ ਹੋਈ ਹੈ ਤੇ ਉਹਨਾਂ ਦੇ ਇੱਕ ਹੱਥ 'ਚ ਰੋਜ਼ਰੀ ਹੁੰਦੀ ਹੈ ਰੋਜ਼ਨੀ ਜੋ ਹੁੰਦੀ ਨਾਮ ਜਪਣ ਦੀ ਮਾਲਾ ਜੋ ਤੁਸੀਂ ਪਿਕਚਰ ਦੇ ਵਿੱਚ ਵੇਖ ਸਕਦੇ ਹੋ ਤੇ ਦੂਜਾ ਜੋ ਹੱਥ ਹੁੰਦਾ ਹੈ ਉਹਨਾਂ ਨੇ ਆਪਣੀ ਕਮਰ ਤੇ ਰੱਖਿਆ ਹੁੰਦਾ ਹੈ ਤਾਂ ਕਿ ਉਹ ਆਪਣੀ ਬਾਡੀ ਨੂੰ ਬੈਲੈਂਸ ਕਰਕੇ ਚੱਲ ਸਕਣ This gives her an air of calmness that the author links to that of snow-capped peaks under the winter sun. ਹੁਣ author ਨੇ ਕੀ ਕੰਪੇਅਰ ਕੀਤਾ ਹੈ ਕਿ ਇੰਜ ਚੱਲ ਕੇ ਦਾਦੀ ਨੂੰ ਇਹੋ ਜਿਹੀ ਕਾਮਨੈਸ ਸ਼ਾਂਤੀ ਫੀਲ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਇੱਕ ਪੀਕ ਜੋ ਬਰਫ਼ ਦੇ ਨਾਲ ਟੱਕੀ ਹੋਈ ਹੈ ਵਿੰਟਰ ਸਮਰ ਸਨ ਦੇ ਵਿੱਚ ਤੁਹਾਨੂੰ ਵੇਖ ਕੇ ਮਿਲੇਗੀ ਠੀਕ ਹੈ ਹੁਣ ਜੇ ਤੁਹਾਨੂੰ ਇੱਕ ਆਂਦਾ ਹੈ ਤੁਹਾਨੂੰ ਕੁਐਸਚਨ ਆਂਦਾ ਹੈ ਕਿ ਤੁਸੀਂ ਦਾਦੀ ਅੰਮਾ ਦੇ ਬਾਰੇ ਲਿਖੋ ਕੈਰੈਕਟਰ ਸਕੈਚ ਲਿਖੋ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਇਨ ਵਰਡਸ ਦੇ ਨਾਲ ਕਿ ਰਿੰਕਲਡ ਫੇਸ ਕਿ ਉਹਨਾਂ ਦੇ ਚੂੜੀਆਂ ਵਾਲਾ ਚਿਹਰਾ ਸੀ ਉਹ ਹਮੇਸ਼ਾ ਪ੍ਰੇਅਰ ਕਰਦੀ ਸੀ ਆਲਵੇਜ਼ ਪ੍ਰੇਡ ਫੈਟ ਐਂਡ ਸਲਾਈਟਲੀ ਬੈਂਟ ਥੋੜੇ ਜਿਹੇ ਮੋਟੇ ਸਨ ਤੇ ਥੋੜੇ ਝੁਕੇ ਹੋਏ ਸੀ ਬਾਡੀ ਉਹਨਾਂ ਦੀ couldn't walk straight तो ਸਿੱਧਾ नहीं चल सकती सी let's continue the author studies in a school attached to a temple complex so the grandmother goes with him to school and spend her time in reading religious books until he finishes his school day ਹੁਣ ਜੋ author ਹੈ ਉਹ ਪਿੰਡ 'ਚ ਹੈ ਪਿੰਡ ਦੇ ਵਿੱਚ ਜੋ ਸਕੂਲ ਹੈ ਉਹ ਇੱਕ ਮੰਦਿਰ ਜਾਂ ਗੁਰਦੁਆਰੇ ਦੇ ਨਾਲ ਅਟੈਚ ਹੈ ਇਸ ਲਈ ਦਾਦੀ ਅੰਮਾ ਸੀ ਉਹ ਆਪਣੇ ਪੋਤੇ ਨੂੰ ਸਕੂਲ ਛੱਡ ਕੇ ਉਸ ਟੈਂਪਲ ਦੇ ਵਿੱਚ ਚਲੀ ਜਾਂਦੀ ਸੀ ਤੇ ਜਦ ਤੱਕ ਉਹਦਾ ਪੋਤਾ ਸਕੂਲ 'ਚ ਪੜ੍ਹਦਾ ਸੀ ਉਹ ਉੱਥੇ ਬੈਠ ਕੇ ਆਪਣੀ ਧਾਰਮਿਕ ਕਿਤਾਬਾਂ ਪੜ੍ਹਦੀ ਹੁੰਦੀ ਸੀ ਠੀਕ ਹੈ when they both return home they feed stray dogs on the way
ਹੁਣ ਜਦੋਂ ਦੋਨੋਂ ਘਰ ਆਉਂਦੇ ਸਨ ਉਹ ਦੋਨੋਂ ਗਲੀ ਦੇ ਕੁੱਤਿਆਂ ਨੂੰ ਖਾਣਾ ਖਵਾਉਂਦੇ ਸਨ। You can see their routine here. ਤੁਸੀਂ ਉਹਨਾਂ ਦੀ routine ਦੇਖ ਸਕਦੇ ਹੋ। Grandmother and grandson are close friends in the village ਕਿ ਉਹ ਦੋਨੋਂ ਬੜੇ ਹੀ close ਮਿੱਤਰ ਨੇ, friends ਨੇ। ਦਾਦੀ ਅਮਾ ਨੂੰ ਉਠਾਉਂਦੀ ਸੀ ਮੁੰਡੇ ਨੂੰ, ਪੋਤਰੇ ਨੂੰ ਆਪਣੇ, woke him up in the morning, made him ready for school, ਉਹਨੂੰ ਸਕੂਲ ਲਈ ਤਿਆਰ ਕਰਦੀ ਸੀ, breakfast ਬਣਾਉਂਦੀ ਸੀ, thick stale chapati with butter and sugar, breakfast ਵਿੱਚ ਮੋਟੀ ਚਪਾਤੀ, ਪਰੌਂਠੀ ਜਿਵੇਂ ਤੁਸੀਂ ਕਹਿ ਸਕਦੇ ਹੋ, ਰੋਟੀ ਕਹਿ ਸਕਦੇ ਹੋ ਬਾਸੀ, ਜਿਹਦੇ ਉੱਪਰ ਮੱਖਣ ਤੇ ਸ਼ੂਗਰ ਲਗਾ ਕੇ ਖਾਂਦੇ ਸਨ ਐਜ਼ ਅ ਬ੍ਰੇਕਫਾਸਟ। ਦੀ ਸਕੂਲ ਵਾਸ ਅਟੈਚਡ ਟੂ ਅ ਟੈਂਪਲ, ਸਕੂਲ ਗੁਰਦੁਆਰੇ ਜਾਂ ਮੰਦਿਰ ਦੇ ਨਾਲ ਅਟੈਚ ਸੀ। ਦਾਦੀ ਆਪਣਾ ਰਿਲੀਜੀਅਸ ਬੁੱਕ ਪੜ੍ਹਦੇ ਹੋਏ ਟਾਈਮ ਸਪੈਂਡ ਕਰਦੀ ਸੀ ਤੇ ਐਂਡ ਵਿੱਚ ਉਹ ਵਾਪਸ ਆਉਂਦੇ ਸਮੇਂ ਗਲੀ ਦੇ ਕੁੱਤਿਆਂ ਨੂੰ ਸਟੇਲ ਰੋਟੀ, ਬਾਸੀ ਰੋਟੀ ਖਵਾਉਂਦੇ ਸਨ। ਠੀਕ ਹੈ, ਸੋ ਮਾਰਨਿੰਗ ਰੈਡੀ, ਬ੍ਰੇਕਫਾਸਟ, ਸਕੂਲ, ਟੈਂਪਲ, ਬੁੱਕਸ, ਡੌਗਸ, ਇਹ ਰੂਟੀਨ ਹੈ ਉਹਨਾਂ ਦੀ। ਨੈਕਸਟ ਹੈਡਿੰਗ ਆ ਗਈ ਚੇਂਜ ਇਨ ਲਾਈਫਸਟਾਈਲ। ਹੁਣ ਉਹਨਾਂ ਦਾ ਲਾਈਫਸਟਾਈਲ ਬਦਲਣ ਵਾਲਾ ਹੈ, ਉਹਨਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ। ਕਿਵੇਂ ਬਦਲੇਗੀ ਉਹ ਅਸੀਂ ਪੜਾਂਗੇ। The daily routine is finally disrupted when they both are relocated to the city where the author's parents reside. ਹੁਣ ਉਹਨਾਂ ਦੀ ਜੋ ਰੂਟੀਨ ਹੈ ਉਹ ਬਦਲ ਗਈ, ਚੇਂਜ ਹੋ ਗਈ। ਕਿਵੇਂ? ਕਿਉਂਕਿ ਦੋਨੋਂ ਕਿੱਥੇ ਚਲੇ ਗਏ? ਦੋਨੋਂ author ਦੇ ਮਾਪਿਓ ਕੋਲ ਸ਼ਹਿਰ ਚਲੇ ਗਏ। The settling in period in the big city brings a change for both the grandson and his grandmother. ਹੁਣ ਜਦੋਂ ਉੱਥੇ ਸੈਟਲ ਹੋ ਰਹੇ ਸੀ, ਉਹਨਾਂ ਨੂੰ ਉੱਥੋਂ ਦੀ ਚੀਜ਼ ਦੇ, ਉੱਥੋਂ ਦੇ ਸ਼ਹਿਰ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਰਹੇ ਸਨ, ਦੋਨਾਂ ਦੇ ਵਿੱਚ ਕਾਫੀ ਚੇਂਜਸ ਆਏ, ਦੋਨਾਂ ਦੀ ਲਾਈਫ ਕਾਫੀ ਬਦਲੀ। ਠੀਕ ਹੈ। Even though they share the same room, they grow apart gradually. ਭਾਵੇਂ ਉਹ ਦੋਨੋਂ ਸੇਮ ਕਮਰੇ ਦੇ ਵਿੱਚ ਰਹਿੰਦੇ ਸਨ, ਬਟ ਹੌਲੀ ਹੌਲੀ ਉਹਨਾਂ ਦੇ ਵਿੱਚ ਇੱਕ ਡਿਸਟੈਂਸ ਬਣਨਾ ਸ਼ੁਰੂ ਹੋ ਗਿਆ। ਕਿਵੇਂ? ਉਹ ਅਸੀਂ ਪੜ੍ਹਦੇ ਹਾਂ। The author goes to an English medium school where he learns science and mathematics in place of religious education. ਹੁਣ ਜੋ ਸਾਡਾ author ਹੈ ਉਹ ਇੰਗਲਿਸ਼ ਮੀਡੀਅਮ ਸਕੂਲ 'ਚ ਜਾ ਰਿਹਾ ਹੈ, ਜਿੱਥੇ ਉਹ ਸਾਇੰਸ ਤੇ ਮੈਥਸ ਪੜ੍ਹ ਰਿਹਾ ਹੈ ਇੰਸਟੈਡ ਆਫ ਜੋ ਆਪਣੇ ਪਿੰਡ ਦੇ ਵਿੱਚ ਉਹ ਧਾਰਮਿਕ ਕਿਤਾਬਾਂ ਪੜ੍ਹਦਾ ਸੀ। ਠੀਕ ਹੈ। He goes by bus, so this link of friendship of spending time together is broken as grandmother stays at home. ਤੇ ਹੁਣ author ਸਕੂਲ ਬੱਸ ਰਾਹੀਂ ਜਾਂਦਾ ਹੈ। ਜੋ ਪਹਿਲੇ ਉਹ ਦਾਦੀ ਪੋਤਾ ਟਾਈਮ ਸਪੈਂਡ ਕਰਦੇ ਸੀ, ਇਕੱਠੇ ਸਕੂਲ ਜਾਂਦੇ ਸਨ, ਵਾਪਸ ਆਉਂਦੇ ਸਨ, ਉਹ ਸਾਰਾ ਹੁਣ ਚੇਂਜ ਹੋ ਗਿਆ, ਖਤਮ ਹੋ ਗਿਆ, ਕਿਉਂਕਿ ਮੁੰਡਾ ਬੱਸ 'ਚ ਸਕੂਲ ਜਾਂਦਾ ਹੈ ਤੇ ਦਾਦੀ ਹੁਣ ਘਰ ਰਹਿੰਦੀ ਹੈ। He also starts taking interest in music, which the grandmother believes is for dancing girls and beggars. ਹੁਣ ਪੋਤਾ ਗਾਣੇ ਵਿੱਚ ਵੀ ਰੁਚੀ ਲੈਣ ਲੱਗ ਪਿਆ, ਮਿਊਜ਼ਿਕ ਵਿੱਚ ਵੀ ਰੁਚੀ ਲੈਣ ਲੱਗ ਪਿਆ, ਜਿਹਨੂੰ ਉਹਦੀ ਦਾਦੀ ਸਮਝਦੀ ਸੀ ਕਿ ਮਿਊਜ਼ਿਕ ਸਿਰਫ ਨੱਚਣ ਵਾਲੀ ਕੁੜੀਆਂ ਜਾਂ ਭਿਖਾਰੀਆਂ ਲਈ ਹੀ ਹੁੰਦਾ ਹੈ, ਉਹੀ ਗਾਉਂਦੇ ਨੇ ਜਾਂ ਨੱਚਦੇ ਨੇ। She spends her day in prayer, spinning the wheel and feeding the sparrows that visit their city house. ਉਹ ਆਪਣਾ ਦਿਨ ਕਿਵੇਂ ਬਤੀਤ ਕਰਦੀ ਸੀ? ਜੋ ਦਾਦੀ ਸੀ ਉਹ ਪੂਰਾ ਦਿਨ ਪ੍ਰੇਅਰਸ ਕਰਦੇ ਸਨ, ਚਰਖਾ ਘੁਮਾਉਂਦੇ ਸਨ ਤੇ ਸਪੈਰੋਸ ਜੋ ਉਹਨਾਂ ਦੇ ਵਿਹੜੇ 'ਚ ਆਉਂਦੇ ਸਨ ਉਹਨਾਂ ਨੂੰ ਉਹ ਫੀਡ ਕਰਦੇ ਸਨ। ਅਗੇਨ ਤੁਹਾਨੂੰ ਪਿਕਚਰ ਫਾਰਮ 'ਚ ਸ਼ਾਰਟਸ ਦੱਸਿਆ ਗਿਆ ਹੈ। grandmother and grandson went to the city, ਦੋਨੋਂ ਸ਼ਹਿਰ ਗਏ। narrator started going to an English school, narrator author ਇੰਗਲਿਸ਼ ਸਕੂਲ ਜਾਣਾ ਸ਼ੁਰੂ ਹੋ ਗਿਆ। ਦੋਨੋਂ both shared a room, ਦੋਨੋਂ ਇੱਕ ਹੀ ਰੂਮ 'ਚ ਰਹਿੰਦੇ ਸਨ ਬਟ ਡਿਸਟੈਂਸ ਹੋ ਗਿਆ ਸੀ ਦੋਨਾਂ ਵਿੱਚ। grandmother hated English words and science, ਹੁਣ grandmother ਨੂੰ ਅੰਗਰੇਜ਼ੀ ਆਂਦੀ ਨਹੀਂ ਸੀ, ਇਸ ਲਈ ਉਹ ਅੰਗਰੇਜ਼ੀ ਵਰਡਸ ਤੇ ਸਾਇੰਸ ਨਾਲ ਨਫ਼ਰਤ ਕਰਦੀ ਸੀ, ਬਿਕੋਜ਼ ਇਸ ਟੌਪਿਕ ਤੇ ਆਪਣੇ ਪੋਤੇ ਨਾਲ ਕੋਈ ਗੱਲ ਨਹੀਂ ਕਰ ਸਕਦੀ ਸੀ। There was no teaching of God in English schools, ਤੇ ਇੰਗਲਿਸ਼ ਮੀਡੀਅਮ ਸਕੂਲਸ ਦੇ ਵਿੱਚ ਰੱਬ ਬਾਰੇ, ਰਿਲੀਜੀਅਸ ਬੁੱਕਸ ਬਾਰੇ ਕੋਈ ਵੀ ਪੜ੍ਹਾਈ ਨਹੀਂ ਹੁੰਦੀ ਸੀ। Music was for harlots and beggars, ਤੇ ਅਕੋਰਡਿੰਗ ਟੂ grandmother ਕਿ ਜੋ ਮਿਊਜ਼ਿਕ ਹੈ ਉਹ ਡੈਂਸਿੰਗ ਗਰਲਸ ਤੇ ਭਿਖਾਰੀਆਂ ਲਈ ਹੀ ਹੁੰਦਾ ਹੈ। ਗਰੋਇੰਗ ਸੈਪਰੇਸ਼ਨ, ਹੁਣ ਕਿਵੇਂ ਕਿਵੇਂ ਉਹਨਾਂ ਦੇ ਵਿੱਚ ਡਿਸਟੈਂਸ ਵੱਧਦਾ ਗਿਆ, ਕਿਵੇਂ ਉਹ ਸੈਪਰੇਟ ਹੋਏ ਅੱਗੇ ਜਾ ਕੇ ਉਹ ਪੜਾਂਗੇ। The grandson then moves to university and is given a separate room for privacy and independence. ਹੁਣ ਜੋ ਪੋਤਾ ਹੈ ਉਹ ਯੂਨੀਵਰਸਿਟੀ ਜਾਣ ਲੱਗ ਪਿਆ, ਵੱਡਾ ਹੋ ਗਿਆ, ਇਸ ਲਈ ਉਹਨੂੰ ਪ੍ਰਾਈਵੇਸੀ ਦੇਣ ਲਈ ਉਹਨੂੰ ਸੈਪਰੇਟ ਰੂਮ ਦੇ ਦਿੱਤਾ ਜਾਂਦਾ ਹੈ so that he can independently live there. This distance the two further, ਹੁਣ ਪਹਿਲੇ ਤਾਂ ਇਕੱਠੇ ਰਹਿ ਰਹੇ ਸੀ, ਐਟਲੀਸਟ ਇਕੱਠੇ ਸੋ ਰਹੇ ਸਨ, ਹੁਣ ਤੇ ਬਿਲਕੁਲ ਹੀ ਡਿਸਟੈਂਸ ਹੋ ਗਿਆ, ਦੋਨੋਂ ਇੱਕ ਦੂਜੇ ਤੋਂ ਦੂਰ ਹੋ ਗਏ।
As time grows by, the author decides to move abroad for higher studies. Time ਅੱਗੇ ਵਧਿਆ ਤੇ author ਨੇ decide ਕੀਤਾ ਕਿ ਉਹ foreign ਜਾਏਗਾ ਆਪਣੀ higher studies ਪ੍ਰਾਪਤ ਕਰਨ ਲਈ। His stay would last 5 years, so he assumes that it would be the last time he would get to see his grandmother, who was not getting any younger. ਹੁਣ ਜੋ ਉਹਦਾ abroad 'ਚ stay ਸੀਗਾ ਬੱਚਿਓ, ਉਸ ਪੋਤੇ ਦਾ, ਉਹ 5 ਸਾਲ ਦਾ ਹੋਣਾ ਸੀ। ਉਹ 5 ਸਾਲ ਲਈ ਬਾਹਰ ਜਾ ਰਿਹਾ ਸੀ ਪੜ੍ਹਨ ਲਈ। ਤੇ ਉਹਨੇ ਸੋਚਿਆ ਸੀ ਜਾਣ ਤੋਂ ਪਹਿਲਾਂ ਕਿ ਹੋ ਸਕਦਾ ਹੈ ਕਿ ਮੈਂ ਆਪਣੀ ਦਾਦੀ ਨੂੰ ਇਹ ਲਾਸਟ ਟਾਈਮ ਹੀ ਵੇਖ ਰਿਹਾ ਹਾਂ, ਕਿਉਂਕਿ ਹੁਣ ਉਹ ਦਿਨ ਬ ਦਿਨ ਹੋਰ ਬੁੱਢੇ ਹੁੰਦੇ ਜਾਣਗੇ, ਉਹ ਜਵਾਨ ਤੇ ਹੋ ਨਹੀਂ ਸਕਦੇ। ਠੀਕ ਹੈ। She goes to see him off to the railway station and they say their warm goodbyes. ਦਾਦੀ ਪੋਤੇ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਜਾਂਦੀ ਹੈ ਤੇ ਦੋਨੋਂ ਇੱਕ ਦੂਜੇ ਨੂੰ ਵਾਰਮਲੀ ਗੁੱਡਬਾਏ ਕਰਦੇ ਨੇ। ਨੈਕਸਟ ਅਗੇਨ ਪਿਕਚਰ ਫਾਰਮ 'ਚ ਦੱਸਿਆ ਜਾ ਰਿਹਾ ਹੈ, ਬੌਂਡ ਆਫ ਫਰੈਂਡਸ਼ਿਪ ਸਨੈਪਡ। ਨਰੇਟਰ ਯੂਨੀਵਰਸਿਟੀ ਜਾਣ ਲੱਗ ਪਿਆ, ਨਰੇਟਰ ਨੂੰ ਸੈਪਰੇਟ ਰੂਮ ਮਿਲ ਗਿਆ ਐਂਡ ਜੋ ਸਾਡੀ ਗ੍ਰੈਂਡਮਦਰ ਸੀ ਉਹ ਆਪਣੀ ਕੱਲਾਪਨ ਕਿਵੇਂ ਦੂਰ ਕਰ ਰਹੇ ਸਨ। Grandmother accepts her loneliness quietly, ਉਹ ਚੁੱਪਚਾਪ ਆਪਣਾ ਕੱਲਾਪਨ accept ਕਰ ਲੈਂਦੀ ਹੈ। Sat on her spinning wheel, ਆਪਣਾ ਚਰਖਾ ਕੱਟਦੇ ਨੇ ਤੇ recited prayers, ਤੇ prayers ਕਰਦੇ ਨੇ। Fed sparrows in the afternoon, ਦੁਪਹਿਰ ਦੇ ਵਿੱਚ ਉਹ sparrows ਨੂੰ ਦਾਣੇ ਪਾਉਂਦੇ ਨੇ। Author's return, ਹੁਣ author ਸਾਡਾ ਵਾਪਸ ਆ ਰਿਹਾ ਹੈ ਪੜ੍ਹ ਕੇ। When the author returns home after 5 years, he is pleasantly surprised to see his grandmother lead the welcoming party. ਜਦੋਂ author ਸਾਡਾ ਜੋ ਰਾਈਟਰ ਹੈ ਉਹ 5 ਸਾਲ ਬਾਅਦ ਪੜ੍ਹ ਕੇ ਵਾਪਸ ਆਉਂਦਾ ਹੈ ਤਾਂ ਬਹੁਤ ਹੈਰਾਨ ਹੋ ਜਾਂਦਾ, ਸਰਪ੍ਰਾਈਜ਼ ਹੋ ਜਾਂਦਾ ਹੈ ਕਿ ਉਹ ਦਾਦੀ ਹਜੇ ਵੀ ਜ਼ਿੰਦਾ ਹੈ ਤੇ ਉਹ ਵੈਲਕਮ ਪਾਰਟੀ ਦੀ ਲੀਡ ਹੈ, ਮਤਲਬ ਕਿ ਉੱਥੇ ਖੜੇ ਹੋ ਕੇ ਉਹਦਾ ਇੰਤਜ਼ਾਰ ਕਰ ਰਹੀ ਹੈ, ਪਾਰਟੀ ਨੂੰ ਉਹਦੇ ਵਿੱਚ ਅਵੇਲੇਬਲ ਹੈ। ਠੀਕ ਹੈ, ਲੀਡ ਕਰ ਰਹੀ ਹੈ ਉਹਨੂੰ। Back at home, she keeps busy with her sparrows, but later plays the drums and sings of homecoming warriors and celebrating the return of her grandmother with the women in her neighborhood. ਵਾਪਸ ਘਰ ਜਾਂਦੇ ਨੇ ਦਾਦੀ, ਦੁਪਹਿਰੇ ਆਪਣੇ ਸਪੈਰੋਜ਼ ਨੂੰ ਉਹ ਦਾਣਾ ਪਾਉਂਦੇ ਨੇ, ਬਟ ਸ਼ਾਮੀ ਉਹ ਡਰਮਸ ਦੇ ਨਾਲ ਗਾਣਾ ਗਾਉਂਦੇ ਹੋਏ ਆਪਣੇ ਪੋਤੇ ਦਾ ਰਿਟਰਨ ਦੀ ਖੁਸ਼ੀਆਂ ਮਨਾਉਂਦੇ ਨੇ ਆਪਣੇ ਨੇਬਰਹੁਡਸ ਦੇ ਵਿੱਚ, ਜੋ ਉਹਨਾਂ ਦੀ ਲੇਡੀ ਫਰੈਂਡਸ ਹੁੰਦੀਆਂ ਨੇ ਉਹਨਾਂ ਦੇ ਨਾਲ। Grandmother's death. However, the festivities do not last long, as the very next day the grandmother falls sick. ਪਰ ਇਹ ਖੁਸ਼ੀ ਦਾ ਟਾਈਮ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ ਕਿਉਂਕਿ ਨੈਕਸਟ ਡੇ ਹੀ ਦਾਦੀ ਜੀ ਬਿਮਾਰ ਹੋ ਗਏ। Even though the doctors assures she is not seriously ill, she could feel her and was near. ਭਾਵੇਂ ਡਾਕਟਰਸ ਨੇ ਕਿਹਾ ਸੀ ਕਿ ਉਹ ਸੀਰੀਅਸਲੀ ਬਿਮਾਰ ਨਹੀਂ ਹੈ, ਮਤਲਬ ਕਿ ਉਹ ਮਰਨਗੇ ਨਹੀਂ, ਬਟ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਮਰਨ ਵਾਲੇ ਨੇ, ਉਹਨਾਂ ਦੀ ਮੌਤ ਹੁਣ ਆ ਗਈ ਹੈ। She asks to be left alone and devotes herself to prayers and appreciation of God. ਉਹਨੂੰ ਸਮਝ ਆ ਗਿਆ ਕਿ ਉਹਨਾਂ ਦਾ ਅੰਤ ਸਮਾਂ ਕੋਲ ਆ ਗਿਆ ਹੈ, ਇਸ ਲਈ ਉਹ ਸਭ ਨੂੰ ਕਹਿੰਦੇ ਨੇ ਕਿ ਮੈਨੂੰ ਇਕੱਲਾ ਛੱਡ ਦਿਓ ਤਾਂ ਕਿ ਮੈਂ ਅੰਤ ਦਾ ਸਮਾਂ ਆਪਣਾ ਪਰਮਾਤਮਾ ਦਾ ਸ਼ੁਕਰੀਆ ਕਰਦੇ ਹੋਏ ਉਹਦੀ ਪ੍ਰੇਅਰ ਕਰਦੇ ਹੋਏ ਬਤੀਤ ਕਰ ਸਕਾਂ। Suddenly her rosary drops to the floor and her soul departs to the heaven. ਤੇ ਅਚਾਨਕ ਉਹਨਾਂ ਦੇ ਹੱਥ ਦੇ ਵਿੱਚੋਂ ਉਹਨਾਂ ਦੀ ਜਪਣ ਵਾਲੀ ਮਾਲਾ ਸੀ ਉਹ ਜ਼ਮੀਨ ਤੇ ਡਿੱਗ ਜਾਂਦੀ ਹੈ ਤੇ ਉਹ ਹੈਵਨ ਵੱਲ ਡਿਪਾਰਟ ਹੋ ਜਾਂਦੀ ਹੈ ਸੋਲ ਉਹਨਾਂ ਦੀ, ਕਿ ਉਹਨਾਂ ਦੀ ਜੋ ਆਤਮਾ ਹੈ ਉਹ ਹੁਣ ਉੱਪਰ ਹੈਵਨ ਚ ਸਵਰਗ ਚ ਚਲੀ ਜਾਂਦੀ ਹੈ, ਮੀਨਸ ਉਹ ਮਰ ਜਾਂਦੇ ਨੇ। ਠੀਕ ਹੈ, ਐਂਡ ਵਿਦ ਦਿਸ ਅਸੀਂ ਆਪਣੇ ਚੈਪਟਰ ਦੀ ਸਮਰੀ ਬਹੁਤ ਈਜ਼ੀਲੀ ਸਮਝ ਲਈ ਹੈ। ਜੇ ਵੀਡੀਓ ਯੂਜ਼ਫੁਲ ਲੱਗੇ ਹੋਵੇ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਸੁਖਸ਼ਮ ਮੈਮ ਕੀ ਕਲਾਸਿਸ। ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੇ ਕੁਐਸਚਨ ਆਨਸਰਸ ਨੂੰ ਚੰਗੀ ਤਰ੍ਹਾਂ ਸਮਝ ਕੇ ਰਿਵਾਈਜ਼ ਕਰਾਂਗੇ। Till then, goodbye, take care, have a nice